ਵੈਰੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਟਿਊਟਰ ਸਿੰਘ ਪੁਲਿੰਦਾ ਸਰ ਦੇ ਉੱਤੇ। ਅੱਜ ਅਸੀਂ ਇੱਕ ਨਵਾਂ ਟੌਪਿਕ ਤੁਹਾਡੇ ਨਾਲ ਡਿਸਕਸ਼ਨ ਕਰਨ ਜਾ ਰਹੇ ਹਾਂ। ਸੋ ਬਲੱਡ, ਖੂਨ, ਪੰਜਾਬੀ ਵਿੱਚ ਖੂਨ ਕਹਿੰਦੇ ਨੇ। ਔਰ ਬਲੱਡ ਜਿਹੜਾ ਹਿਊਮਨ ਬੋਡੀ ਦਾ ਜਿਹੜਾ ਮੇਨ ਟਰਾਂਸਪੋਰਟ ਏਜੰਟ ਹੈ, ਸਾਰਾ ਮਟੀਰੀਅਲ ਟਰਾਂਸਪੋਰਟ ਇਹਦੇ ਰਾਹੀਂ ਹੁੰਦਾ ਹੈ। ਸੋ ਆਓ ਇਹਦੇ ਬਾਰੇ ਥੋੜ੍ਹੀ ਜਿਹੀ ਚਰਚਾ ਕਰਦੇ ਹਾਂ ਕਿ ਇਹਦਾ ਜਿਹੜਾ ਬਲੱਡ ਹੈ, ਦੋ ਤਰ੍ਹਾਂ ਦਾ ਬਲੱਡ ਹਿਊਮਨ ਬਾਡੀ ਦੇ ਵਿੱਚ ਹੁੰਦਾ ਹੈ, ਇੱਕ ਪਿਓਰ ਹੁੰਦਾ ਹੈ, ਇੱਕ ਇੰਪਿਓਰ ਹੁੰਦਾ ਹੈ। ਸੋ ਇਸ ਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਜੇ ਟੈਕਨੀਕਲੀ ਆਪਾਂ ਇਹਨੂੰ ਕੀ ਕਹਿੰਦੇ ਹਾਂ ਔਰ ਡਿਫਰੈਂਸ ਹੈ ਕੀ ਐਕਚੁਅਲੀ। ਸੋ ਡਿਫਰੈਂਸ ਬਿਟਵੀਨ ਪਿਓਰ ਐਂਡ ਇੰਪਿਓਰ ਬਲੱਡ। ਔਰ ਤੁਸੀਂ ਦੇਖੋਗੇ ਕਿ ਜਿਹੜਾ ਪਿਓਰ ਬਲੱਡ ਹੈ ਉਹਨੂੰ ਆਪਾਂ ਜੇ ਲੋਕਲ ਲੈਂਗੁਏਜ 'ਤੇ ਗੱਲ ਕਰਦੇ ਹਾਂ ਤਾਂ ਪਿਓਰ ਬਲੱਡ ਕਹਿ ਦਿੱਤਾ ਜਾਂਦਾ ਹੈ, ਇੰਪਿਓਰ ਬਲੱਡ ਕਹਿ ਦਿੱਤਾ ਜਾਂਦਾ ਹੈ, ਰੈੱਡ ਬਲੱਡ, ਬਲੂ ਬਲੱਡ ਕਹਿ ਦਿੱਤਾ ਜਾਂਦਾ ਹੈ। ਔਰ ਤੁਸੀਂ ਦੇਖੋਗੇ ਕਿ ਜਿਹੜਾ ਮੇਨ ਹੈ ਡਿਫਰੈਂਸ ਹੈ ਬਲੱਡ ਦਾ, ਮੇਨ ਜਿਹੜਾ ਨਾਂ ਹੈ ਉਹਦਾ ਕੀ ਹੈ, ਆਕਸੀਜਨੇਟਡ ਬਲੱਡ ਅਤੇ ਡੀਆਕਸੀਜਨੇਟਡ ਬਲੱਡ। ਔਰ ਆਕਸੀਜਨੇਟਡ ਤੋਂ ਕਲੀਅਰ ਹੋ ਰਿਹਾ ਕਿ ਜਿਹਦੇ ਵਿੱਚ ਆਕਸੀਜਨ ਹੁੰਦੀ ਹੈ ਉਹੀ ਜਿਹੜਾ ਬਲੱਡ ਹੈ ਜਿਹੜਾ ਉਹ ਆਕਸੀਜਨ ਦਾ ਭਰਪੂਰ ਹੁੰਦਾ ਹੈ। ਔਰ ਡੀ ਮਤਲਬ ਵੀ ਚੀਜ਼ ਕਿਸੇ 'ਚੋਂ ਮਾਈਨਸ ਹੋ ਗਈ ਹੈ। ਮਾਈਨਸ ਕੀ ਹੋਇਆ, ਆਕਸੀਜਨ ਮਤਲਬ ਮਾਈਨਸ ਹੋ ਗਈ ਹੈ। ਜਿਹਦੇ 'ਚੋਂ ਆਕਸੀਜਨ ਮਾਈਨਸ ਹੋ ਜਾਏ ਤਾਂ ਉਹ ਡੀਆਕਸੀਜਨੇਟਡ ਹੋ ਜਾਏਗਾ ਅਤੇ ਉਹਦੇ 'ਚ ਕੋਈ ਚੀਜ਼ ਪਲੱਸ ਵੀ ਹੋ ਰਹੀ ਹੈ। ਉਹ ਕੀ ਹੋ ਰਹੀ ਹੈ, ਕਾਰਬਨ ਡਾਈਆਕਸਾਈਡ। ਸੋ ਮੇਨਲੀ ਇਹ ਚੀਜ਼ ਹੈ ਕਿ ਆਕਸੀਜਨੇਟਡ ਬਲੱਡ ਦੇ ਵਿੱਚ ਆਕਸੀਜਨ ਹੈ ਅਤੇ ਡੀਆਕਸੀਜਨੇਟਡ ਬਲੱਡ ਦੇ ਵਿੱਚ ਕਾਰਬਨ ਡਾਈਆਕਸਾਈਡ ਹੈ। ਮੇਨਲੀ ਆਪਾਂ ਇਹ ਗੱਲ ਕਰ ਦਿੰਦੇ ਹਾਂ। ਪਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਕਨਸੈਪਟ ਕਲੀਅਰ ਕਰਾਂਗਾ ਕਿ ਜਿਹੜਾ ਆਕਸੀਜਨੇਟਡ ਬਲੱਡ ਹੈ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਵੀ ਹੁੰਦੀ ਹੈ, ਜਿਹੜਾ ਡੀਆਕਸੀਜਨੇਟਡ ਬਲੱਡ ਹੈ ਉਹਦੇ ਵਿੱਚ ਆਕਸੀਜਨ ਵੀ ਹੁੰਦੀ ਹੈ। ਕਿੱਦਾਂ? ਕਿਉਂਕਿ ਅਸੀਂ ਜਦੋਂ ਛੋਟੇ ਬੱਚੇ ਪੜ੍ਹਦੇ ਨੇ ਜਾਂ ਪੜ੍ਹਾਇਆ ਜਾਂਦਾ ਤਾਂ ਇਹ ਕਿਹਾ ਜਾਂਦਾ ਕਿ ਆਪਾਂ ਜੀ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਾਂ, ਜਦੋਂ ਕਿ ਸਾਡਾ ਕੋਈ ਵੀ ਇੱਥੇ ਕੋਈ ਫਿਲਟਰ ਬਾਹਰ ਨਹੀਂ ਲੱਗਾ ਦਾ। ਕਿਉਂਕਿ ਆਪਾਂ ਜਦੋਂ ਏਅਰ ਦੀ ਸਟੱਡੀ ਕਰਦੇ ਹਾਂ ਤਾਂ ਉਹਦੇ ਵਿੱਚ ਨਾਈਟ੍ਰੋਜਨ ਵੀ ਹੈ, ਆਕਸੀਜਨ ਵੀ ਹੈ, ਕਾਰਬਨ ਡਾਈਆਕਸਾਈਡ ਵੀ ਹੈ, ਅਦਰ ਗੈਸਿਸ ਵੀ ਹੈਗੀਆਂ ਨੇ। ਜਦੋਂ ਆਪਾਂ ਇਨਹੇਲ ਕੀਤੀ ਤਾਂ ਆਪਾਂ ਪੂਰੀ ਦੀ ਪੂਰੀ ਏਅਰ ਆਪਣੇ ਅੰਦਰ ਖੜੀ ਹੈ, ਤਾਂ ਪੂਰੀ ਦੀ ਪੂਰੀ ਏਅਰ ਬਾਹਰ ਵੀ ਆਈ ਹੈ। ਪਰ ਕੁਛ ਬਾਡੀ ਦੇ ਅੰਦਰ ਜਿਹੜਾ ਸਾਡਾ ਮੇਨ ਰੈਸਪੀਰੇਟਰੀ ਆਰਗਨ ਹੈ, ਲੰਗਸ ਨੇ, ਫੇਫੜੇ ਨੇ, ਉਹ ਥੋੜ੍ਹਾ ਇਹਨਾਂ ਗੈਸਾਂ ਦੀ ਇੰਟਰਚੇਂਜ ਕਰਦੇ ਨੇ। ਸੋ ਆਓ ਅਗਲੀ ਗੱਲ ਕਰਦੇ ਹਾਂ। ਤੁਹਾਨੂੰ ਕਲੀਅਰ ਹੋ ਗਿਆ ਕਿ ਆਕਸੀਜਨੇਟਡ ਬਲੱਡ ਦੇ ਵਿੱਚ ਆਕਸੀਜਨ ਵੀ ਹੈ ਅਤੇ ਡੀਆਕਸੀਜਨ ਬਲੱਡ ਦੇ ਵਿੱਚ ਆਕਸੀਜਨ ਘੱਟ ਹੈ, ਕਾਰਬਨ ਡਾਈਆਕਸਾਈਡ ਥੋੜ੍ਹੀ ਜਿਹੀ ਵੱਧ ਹੈ। ਸੋ ਅੱਗੇ ਤੁਸੀਂ ਦੇਖੋਗੇ ਜਦੋਂ ਤਾਂ ਅੱਗੇ ਦੇਖਦੇ ਹੋ ਤਾਂ ਇਸ ਤੋਂ ਨੈਕਸਟ ਗੱਲ ਕਰਦੇ ਹਾਂ ਤਾਂ ਮੇਨ ਡਿਫਰੈਂਸ ਕੀ ਹੈ। ਮੇਨ ਡਿਫਰੈਂਸ ਤੁਸੀਂ ਦੇਖ ਰਹੇ ਹੋ ਸਲਾਈਡ ਦੇ ਉੱਪਰ ਤੁਹਾਨੂੰ ਦਿਖ ਰਿਹਾ ਹੈ। ਔਰ ਇਹਦੇ ਵਿੱਚ ਮੇਨ ਡਿਫਰੈਂਸ ਇਹੋ ਹੀ ਹੈ, ਆਕਸੀਜਨ। ਪਹਿਲੀ ਗੱਲ ਉਹਨੇ ਆਕਸੀਜਨ ਦੀ ਕੀਤੀ ਹੈ। ਆਕਸੀਜਨੇਟਡ ਬਲੱਡ ਦੇ ਵਿੱਚ ਵੀ ਇਹ ਪ੍ਰੈਜੈਂਟ ਹੈ ਅਤੇ ਡੀਆਕਸੀਜਨੇਟਡ ਬਲੱਡ ਹੈ ਜਿਹੜਾ ਉਹਦੇ ਵਿੱਚ ਵੀ ਆਕਸੀਜਨ ਜਿਹੜੀ ਹੈ ਪ੍ਰੈਜੈਂਟ ਹੁੰਦੀ ਹੈ। ਕਲੀਅਰ? ਇਹ ਯਾਦ ਰੱਖਣਾ। ਦੂਸਰੀ ਗੱਲ ਕੀਤੀ ਹੈ ਕਾਰਬਨ ਡਾਈਆਕਸਾਈਡ ਦੀ। ਕਾਰਬਨ ਡਾਈਆਕਸਾਈਡ ਹੈ ਜਿਹੜੀ ਉਹ ਆਕਸੀਜਨੇਟਡ ਬਲੱਡ ਦੇ ਵਿੱਚ ਵੀ ਹੁੰਦੀ ਹੈ ਅਤੇ ਡੀਆਕਸੀਜਨੇਟਡ ਬਲੱਡ ਦੇ ਵਿੱਚ ਵੀ ਹੁੰਦੀ ਹੈ। ਕਲੀਅਰ ਹੈ ਜੀ? ਸੋ ਅੱਗੇ ਗੱਲ ਕਰਦੇ ਹਾਂ ਇਹਦੇ ਕਲਰ ਬਾਰੇ। ਕਲਰ ਜਿਹੜਾ ਇਹਦਾ ਬ੍ਰਾਈਟ ਰੈੱਡ ਹੈ, ਇਹਦਾ ਲਾਈਟ ਰੈੱਡ ਕਲਰ ਹੈ, ਕਿਉਂਕਿ ਜਦੋਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੇਗੀ ਤਾਂ ਉਹਦੇ ਕਲਰ ਦੇ ਵਿੱਚ ਥੋੜ੍ਹੀ ਚੇਂਜ ਆਵੇਗੀ। ਸੋ ਅੱਗੇ ਤੁਸੀਂ ਦੇਖੋ ਕਿ ਕਿਹੜੀ ਸਾਈਡ ਤੋਂ ਕਿਹੜੀ ਸਾਈਡ ਨੂੰ ਫਲੋ ਕਰਦਾ ਹੈ। ਔਰ ਤੁਸੀਂ ਦੇਖੋਗੇ ਤਾਂ ਇਹ ਜਿਹੜਾ ਫਲੋ ਦਾ ਇਹਦਾ ਦੇਖੋ ਕਿ ਮੇਨ ਆਰਟਰੀ ਦੇ ਵਿੱਚ ਜਿਹੜਾ ਹੈ ਪਿਓਰ ਬਲੱਡ, ਆਕਸੀਜਨੇਟਡ ਬਲੱਡ ਜਿਹਨੂੰ ਕਹਿੰਦੇ ਹਾਂ ਅਸੀਂ, ਉਹ ਆਰਟਰੀ ਦੇ ਵਿੱਚ ਪਿਓਰ ਬਲੱਡ ਜਿਹੜਾ ਫਲੋ ਕਰਦਾ ਹੈ, ਜਦੋਂ ਕਿ ਡੀਆਕਸੀਜਨੇਟਡ ਬਲੱਡ ਜਿਹੜਾ ਵੇਨਸ ਦੇ ਵਿੱਚ ਪਿਓਰ ਜਿਹੜਾ ਫਲੋ ਕਰਦਾ ਹੈ। ਪਰ ਇੱਥੇ ਇਹ ਵੀ ਚੀਜ਼ ਹੈ, ਇੱਕ ਐਕਸੈਪਸ਼ਨਲ ਚੀਜ਼ ਹੈ, ਜਿਹੜੀ ਲੰਗਸ ਤੋਂ ਜਿਹੜੀਆਂ ਵੇਨਸ ਔਰ ਆਰਟਰੀ ਮੇਨ ਜਾ ਰਹੀਆਂ ਨੇ, ਜਾਣੀ ਕਿ PV ਪਲਮਨਰੀ ਵੇਨ ਜਿਹੜੀ ਹੈ ਉਹ ਆਕਸੀਜਨੇਟਡ ਬਲੱਡ ਨੂੰ, ਕਿਉਂਕਿ ਵੇਨ ਜਿਹੜੀਆਂ ਤੁਸੀਂ ਦੇਖ ਰਹੇ ਹੋ ਨਾ, ਵੇਨਸ ਜਿਹੜੀ ਦੇਖ ਰਹੇ ਹੋ ਇਹਦੇ ਵਿੱਚ ਡੀਆਕਸੀਜਨੇਟਡ ਬਲੱਡ ਹੁੰਦਾ ਹੈ। ਪਰ ਆਹ ਇੱਕ ਪਲਮਨਰੀ ਵੇਨ ਹੈ, ਜਿਹੜੀ ਪਲਮਨਰੀ ਵੇਨ ਹੈ ਜਿਹੜੀ ਇਹਦੇ ਵਿੱਚ ਦੇਖੋਗੇ ਤਾਂ ਇਹਦੇ ਵਿੱਚ ਜਿਹੜਾ ਪਿਓਰ ਬਲੱਡ ਟਰੈਵਲ ਕਰ ਰਿਹਾ ਹੈ। सेम इधर चीज़ है P स्टैंड फॉर पलमनरी, A स्टैंड फॉर आर्टरी। ये जिहड़ा
ਇੰਪਿਓਰ ਬਲੱਡ ਟਰੈਵਲ ਕਰ ਰਿਹਾ, ਜਦੋਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਆਰਟਰੀਜ਼ ਨੇ ਉਹਨਾਂ ਦੇ ਵਿੱਚ ਪਿਓਰ ਹੈ, ਬਟ ਇਸ ਪਲਮਨਰੀ ਆਰਟਰੀ ਦੇ ਵਿੱਚ ਇੰਪਿਓਰ ਬਲੱਡ ਜਿਹੜਾ ਹੈ ਟਰੈਵਲ ਕਰਦਾ ਹੈ। ਸੋ ਜੇ ਤੁਹਾਨੂੰ ਪੁੱਛ ਲਿਆ ਜਾਏ ਕਿ ਆਕਸੀਜਨੇਟਡ ਬਲੱਡ ਕਿੱਥੇ ਟਰੈਵਲ ਕਰਦਾ ਹੈ ਤਾਂ ਤੁਸੀਂ ਕਹੋਗੇ ਆਰਟਰੀ ਦੇ ਵਿੱਚ। ਸਿਰਫ ਇੱਕ ਜਿਹੜੀ ਪਲਮਨਰੀ ਵੇਨ ਹੈ ਉਹਦੇ ਵਿੱਚ ਵੀ ਪਿਓਰ ਬਲੱਡ ਹੀ ਟਰੈਵਲ ਕਰਦਾ ਹੈ। ਤੇ ਜੇ ਪੁੱਛ ਲਿਆ ਜਾਏ ਕਿ ਡੀ ਆਕਸੀਜਨੇਟਡ ਬਲੱਡ ਕਿਹਦੇ ਵਿੱਚ ਫਲੋ ਕਰਦਾ ਤਾਂ ਆਪਾਂ ਵੇਨਸ ਦੇ ਵਿੱਚ ਕਵਾਂਗੇ, ਪਰ ਇੱਕ ਪਲਮਨਰੀ ਆਰਟਰੀ ਹੈ ਜਿਹਦੇ ਵਿੱਚ ਡੀ ਆਕਸੀਜਨੇਟਡ ਬਲੱਡ ਟਰੈਵਲ ਕਰਦਾ ਹੈ। ਸੋ ਅੱਗੇ ਗੱਲ ਕਰਦੇ ਹਾਂ ਡਾਇਰੈਕਸ਼ਨ ਦੀ, ਅਵੇ ਫਰੋਮ ਦੀ ਹਾਰਟ, ਕਿ ਦਿਲ ਤੋਂ ਜਿਹੜਾ ਪਿਓਰ ਬਲੱਡ ਹੈ ਉਹ ਸਾਰੀ ਬਾਡੀ ਨੂੰ ਸਪਲਾਈ ਹੋਣਾ ਹੁੰਦਾ ਹੈ। ਹਾਰਟ ਦੇ 4 ਚੈਂਬਰ ਹੁੰਦੇ ਨੇ, ਮੇਰੀਆਂ ਇਸ ਤੋਂ ਪਹਿਲੀ ਵੀਡੀਓ ਜੇ ਦੇਖੋਗੇ ਉਹ 'ਚ ਮੈਂ ਤੁਹਾਨੂੰ ਪੜਾਇਆ ਹੋਇਆ ਹੈ ਕਿ ਜਿਹੜੇ ਦਿਲ ਦੇ 4 ਚੈਂਬਰ ਨੇ ਉਹ ਕਿੱਦਾਂ ਵਰਕ ਕਰਦੇ ਨੇ। ਸੋ ਜਿਹੜਾ ਬਲੱਡ ਹੈ ਉਹ ਹਾਰਟ ਤੋਂ ਸਾਰੀ ਬਾਡੀ ਨੂੰ ਜਾਂਦਾ ਹੈ, ਹਾਰਟ ਤੋਂ ਲੰਗਸ ਵਾਲੀ ਸਾਈਡ ਨੂੰ ਵੀ ਜਾਂਦਾ ਹੈ, ਔਰ ਜਿਹੜਾ ਡੀਆਕਸੀਜਨੇਟਡ ਬਲੱਡ ਹੈ ਟੁਵਰਡਸ ਹਾਰਟ, ਕਿਉਂਕਿ ਜਿਵੇਂ ਜਿਵੇਂ ਯੂਟੀਲਾਈਜੇਸ਼ਨ ਆਫ ਆਕਸੀਜਨ ਹੋਵੇਗੀ ਉਵੇਂ ਉਵੇਂ ਕਾਰਬਨ ਡਾਈਆਕਸਾਈਡ ਦੀ ਇੰਟਰਚੇਂਜ ਹੁੰਦੀ ਜਾਣੀ ਹੈ, ਤਾਂ ਉਹ ਜਿਹੜਾ ਇੰਪਿਓਰ ਬਲੱਡ ਬਣਦਾ ਜਾਣਾ ਬਾਡੀ ਦੇ ਵਿੱਚ, ਹੌਲੀ ਹੌਲੀ ਉਹਨੇ ਹਾਰਟ ਦੇ ਵੱਲ ਆਉਣਾ ਔਰ ਹਾਰਟ ਨੇ ਪੰਪ ਕਰਕੇ ਲੰਗਸ ਵੱਲ ਖੜਨਾ ਹੈ। ਤਾਂ ਆਪਾਂ ਨੇਜ਼ਲ ਚੈਂਬਰ ਹੈ ਜਿਹੜੀ ਏਅਰ ਅੰਦਰ ਖੜੀ ਹੈ ਉਹਦੇ ਵਿੱਚ ਜਿਹੜੀ ਆਕਸੀਜਨ ਦੀ ਕੰਸਨਟ੍ਰੇਸ਼ਨ ਜ਼ਿਆਦਾ ਹੋਣ ਕਰਕੇ ਉਹਦੀ ਇੰਟਰਚੇਂਜ ਹੋਵੇਗੀ, ਕਾਰਬਨ ਡਾਈਆਕਸਾਈਡ ਬਾਹਰ ਨੂੰ ਆਵੇਗੀ, ਆਕਸੀਜਨ ਦੀ ਕੰਸਨਟ੍ਰੇਸ਼ਨ ਵਧੇਗੀ, ਬਲੱਡ ਪਿਓਰ ਹੋ ਕੇ ਫਿਰ ਹਾਰਟ 'ਚ ਜਾਏਗਾ, ਹਾਰਟ ਤੋਂ ਫਿਰ ਅਦਰ ਆਰਗਨ ਨੂੰ ਜਾਏਗਾ। ਇੱਦਾਂ ਹੀ ਜਿਹੜਾ ਸਰਕਲ ਚੱਲਦਾ ਰਹਿੰਦਾ ਹੈ, ਔਰ ਇਸ ਸਰਕੂਲੇਸ਼ਨ ਨੂੰ ਡਬਲ ਸਰਕੂਲੇਸ਼ਨ ਵੀ ਕਹਿੰਦੇ ਨੇ। ਸੋ ਬਲੱਡ ਪ੍ਰੈਸ਼ਰ ਜਿਹੜਾ ਇਹ 'ਚ ਨਾਰਮਲ ਹੈ, ਲੋਅਰ ਹੈ, ਹੀਮੋਗਲੋਬਿਨ ਹੈ, ਜਿਹਦੇ ਕਰਕੇ ਇਹਦਾ ਰੈੱਡ ਕਲਰ ਅਪੀਅਰ ਹੁੰਦਾ ਹੈ, ਔਰ ਇਹਦੇ ਵਿੱਚ ਜਿਹੜੀ ਹੈ ਇਹਨੂੰ ਆਕਸੀ ਹੀਮੋਗਲੋਬਿਨ ਕਹਿ ਦਿੰਦੇ ਆ, ਜਿਹੜਾ ਆਕਸੀਜਨੇਟਡ ਬਲੱਡ ਹੈ, ਔਰ ਜਿਹੜੀ ਦੂਸਰੀ ਹੈ ਡੀ ਆਕਸੀਜਨੇਟਡ ਬਲੱਡ ਉਹਦੇ ਵਿੱਚ ਇਸ ਨੂੰ ਡੀ ਆਕਸੀ ਹੀਮੋਗਲੋਬਿਨ ਕਹਿ ਦਿੰਦੇ ਆ। ਸੋ ਆਓ ਅੱਗੇ ਗੱਲ ਕਰਦੇ ਹਾਂ ਇਸ ਤੋਂ ਨੈਕਸਟ ਸਲਾਈਡ ਦੀ, ਔਰ ਅਮਾਊਂਟ ਆਫ ਆਕਸੀਜਨ ਪ੍ਰੈਜ਼ੈਂਟ ਇਨ 100 ml ਆਫ ਬਲੱਡ, 100 ml ਬਲੱਡ ਦੇ ਵਿੱਚ ਕਿੰਨੀ ਆਕਸੀਜਨ ਜਿਹੜੀ ਹੈ ਉਹ ਪ੍ਰੈਜ਼ੈਂਟ ਹੁੰਦੀ ਹੈ। ਜੇ ਕਿਉਂਕਿ ਮੈਂ ਪਹਿਲੀ ਸਲਾਈਡ ਦੇ ਵਿੱਚ ਕਲੀਅਰ ਕੀਤਾ ਸੀ ਕਿ ਆਕਸੀਜਨ ਦੋਵਾਂ ਦੇ ਵਿੱਚ ਹੀ ਹੁੰਦੀ ਹੈ, ਚਾਹੇ ਉਹ ਆਕਸੀਜਨੇਟਡ ਹੋਵੇ ਚਾਹੇ ਡੀ ਆਕਸੀਜਨੇਟਡ ਹੋਵੇ, ਭਾਵੇਂ ਪਿਓਰ ਹੈ ਤੇ ਭਾਵੇਂ ਇੰਪਿਓਰ ਹੈ, ਆਕਸੀਜਨ ਦੋਵਾਂ ਦੇ ਵਿੱਚ ਪ੍ਰੈਜ਼ੈਂਟ ਹੈ। ਸੋ ਇਹ ਦੇਖੋ ਤੁਸੀਂ ਕਿ ਜਿਹੜਾ ਆਕਸੀਜਨੇਟਡ ਬਲੱਡ ਹੈ ਨਾ ਉਹਦੇ ਵਿੱਚ ਜਿਹੜੀ ਆਕਸੀਜਨ ਪ੍ਰੈਜ਼ੈਂਟ ਹੈ, ਉਹ ਜਿਹੜੀ ਪ੍ਰੈਜ਼ੈਂਟ ਆਕਸੀਜਨ ਹੈ ਉਹ 100 ml ਆਫ ਆਕਸੀਜਨ ਬਲੱਡ ਕੰਟੇਨ 20 ਜਿਹੜੀ ਹੈ ਨਾ 20 ml ਜਿਹੜੀ ਹੈ ਉਹ ਆਕਸੀਜਨ ਇਹਦੇ ਵਿੱਚ ਹੁੰਦੀ ਹੈ। ਜਦੋਂ ਕਿ ਜੇ ਆਪਾਂ ਡੀ ਆਕਸੀਜਨੇਟਡ ਬਲੱਡ ਦੀ ਗੱਲ ਕਰੀਏ ਤਾਂ 100 ml ਆਫ ਡੀ ਆਕਸੀਜਨੇਟਡ ਬਲੱਡ ਕੰਟੇਨਸ 15 ml ਸਿਰਫ ਜਿਹੜੀ ਹੈ ਉਹਦੇ 'ਚ ਆਕਸੀਜਨ ਹੋਵੇਗੀ। ਹੁਣ ਤੁਸੀਂ ਦੇਖ ਲਓ 5 ਦਾ ਡਿਫਰੈਂਸ ਆ ਰਿਹਾ ਹੈ, ਇਹੋ ਜਿਹੜਾ 5 ਦਾ ਡਿਫਰੈਂਸ ਹੈ ਇਹਨੂੰ ਆਕਸੀਜਨੇਟਡ ਕਰ ਰਿਹਾ ਤੇ ਦੂਸਰੇ ਨੂੰ ਡੀ ਆਕਸੀਜਨੇਟਡ ਕਰ ਰਿਹਾ ਹੈ। ਸੋ ਇਸ ਤੋਂ ਅੱਗੇ ਗੱਲ ਕਰਦੇ ਹਾਂ ਆਪਾਂ ਨੈਕਸਟ ਸਲਾਈਡ ਦੀ, ਕਿ ਜਿਹੜਾ ਨੈਕਸਟ ਸਲਾਈਡ ਹੈ ਉਹਦੇ ਵਿੱਚ ਤੁਸੀਂ ਦੇਖੋ ਕਿ ਅਮਾਊਂਟ ਆਫ ਕਾਰਬਨ ਡਾਈਆਕਸਾਈਡ ਪ੍ਰੈਜ਼ੈਂਟ ਇਨ 100 ml ਆਫ ਬਲੱਡ, ਕਿ ਬਲੱਡ ਦੇ ਵਿੱਚ ਜਿਹੜੀ ਹੈ ਉਹ ਕਿੰਨੇ ਜਿਹੜੀ ਹੈ ਕਾਰਬਨ ਡਾਈਆਕਸਾਈਡ ਹੈ ਪ੍ਰੈਜ਼ੈਂਟ ਹੁੰਦੀ ਹੈ। ਸੋ ਆਹ ਦੇਖੋ ਤੁਸੀਂ ਇਹਦੇ ਵਿੱਚ ਹੈ ਅਮਾਊਂਟ ਆਫ ਕਾਰਬਨ ਡਾਈਆਕਸਾਈਡ ਪ੍ਰੈਜ਼ੈਂਟ ਇਨ 100 ml ਆਫ ਬਲੱਡ। ਸੋ ਇਹਦੇ ਵਿੱਚ ਤੁਸੀਂ ਜਦੋਂ ਦੇਖਦੇ ਹੋ ਤਾਂ 100 ml ਆਫ ਬਲੱਡ ਦੇ ਵਿੱਚ ਜਿਹੜੀ ਹੈ 48 ml ਕਾਰਬਨ ਡਾਈਆਕਸਾਈਡ ਹੁੰਦੀ ਹੈ। ਇਟ ਮੀਨਸ ਕਿ ਚਾਹੇ ਬਲੱਡ ਪਿਓਰ ਹੈ ਫਿਰ ਵੀ ਉਹਦੇ 'ਚ ਕਾਰਬਨ ਡਾਈਆਕਸਾਈਡ ਹੈ। ਤੇ ਜਦੋਂ ਆਪਾਂ ਡੀ ਆਕਸੀਜਨੇਟਡ ਬਲੱਡ ਦੀ ਗੱਲ ਕਰਦੇ ਹਾਂ, ਯਾਨੀ ਕਿ ਇੰਪਿਓਰ ਬਲੱਡ ਦੀ ਗੱਲ ਕਰਦੇ ਹਾਂ, ਤਾਂ ਇੰਪਿਓਰ ਬਲੱਡ ਦੇ ਵਿੱਚ ਜਿਹੜੀ ਹੈ 52 ml ਜਿਹੜੀ ਹੈ ਕਾਰਬਨ ਡਾਈਆਕਸਾਈਡ ਹੈ। ਕਲੀਅਰ ਹੈ? ਇਹਦੇ ਵਿੱਚ 48 ml ਹੈ, ਉਹਦੇ ਵਿੱਚ 52 ਹੈ, ਯਾਨੀ ਕਿ ਇਹਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਗਈ ਹੈ, ਜਿਹਦੇ ਕਰਕੇ ਇਹ ਜਿਹੜਾ ਡੀ ਆਕਸੀਜਨੇਟਡ ਬਲੱਡ ਹੋ ਚੁੱਕਾ ਹੈ, ਯਾਨੀ ਕਿ ਬਲੱਡ ਇੰਪਿਓਰ ਹੋ ਚੁੱਕਾ ਹੈ। ਇਸ ਕਰਕੇ ਇਸ ਤੋਂ ਅਗਲੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਦੋਵਾਂ ਦੇ ਵਿੱਚ ਜਿਹੜਾ ਮੇਨ ਡਿਫਰੈਂਸ ਆ ਰਿਹਾ ਹੈ ਉਹ ਆ ਰਿਹਾ ਹੈ ਇਹਨਾਂ ਦੇ ਲੈਵਲ ਦਾ, ਇਹਨਾਂ ਦੇ ਅਮਾਊਂਟ ਦਾ। ਸੋ ਟਰਾਂਸਫਰ ਆਫ ਆਕਸੀਜਨ, ਜਿਹੜੀ ਪਿਓਰ ਬਲੱਡ ਨੇ
ਆਕਸੀਜਨ ਕੈਰੀ ਕੀਤੀ, ਉਹਨੇ ਟਰਾਂਸਫਰ ਕਿੰਨੀ ਕੁ ਕੀਤੀ ਹੈ। ठीक है, तो तुसी देखोगे कि 100 ml ऑक्सीजन ब्लड ट्रांसफर ओनली 5 कितनी 5 सिर्फ 5 ml जी ऑक्सीजन है वो ट्रांसफर करता है। आ देखो ओनली 5 ml सिर्फ 5 ml ऑक्सीजन ट्रांसफर करता है किनू टिशू ਨੂੰ, क्योंकि आप जो कोई भी एक्टिविटी करनी है, जो मैं बोल रहे हैं तो मेरी एनर्जी लग रही है, एनर्जी की यूटिलाइजेशन हो रही है, शिफ्टिंग ऑफ गैसेज होनी है, ट्रांसफर ऑक्सीजन होनी है। दैट्स वाई ऑक्सीजन नैसेसरी फॉर लाइफ। जे ऑक्सीजन की सप्लाई टुटती है तो लाइफ उत्थे खत्म होती है। सो तुसी इत्थे देखोगे कि जिहड़ा ऑक्सीजनेटेड ब्लड है, ठीक है, ये सिर्फ 5 ml ऑफ ऑक्सीजन टिशू जिहड़े ने उन्हां नूं ट्रांसफर कर रहा है। ਜਦੋਂ ਕਿ ਆਪਾਂ ਦੂਸਰੀ ਸਾਈਡ ਤੇ ਜਾਵਾਂਗੇ, ਕਾਰਬਨ ਡਾਈਆਕਸਾਈਡ ਵਾਲੀ ਸਾਈਡ ਤੇ ਜਾਂਦੇ ਆ, ਤਾਂ ਕਾਰਬਨ ਡਾਈਆਕਸਾਈਡ ਵਾਲੀ ਸਾਈਡ ਤੇ ਦੇਖਾਂਗੇ ਕਿ ਉਹ ਕਿੰਨੀ ਕੁ ਜਿਹੜੀ ਹੈ ਟਰਾਂਸਫਰ ਕਰ ਰਿਹਾ ਚੀਜ਼ ਨੂੰ। ਤਾਂ ਤੁਸੀਂ ਦੇਖੋਗੇ ਕਿ ਜਿਹੜਾ ਕਾਰਬਨ ਡਾਈਆਕਸਾਈਡ ਵਾਲਾ ਪੋਰਸ਼ਨ ਹੈ, ਔਰ ਇਹਦੇ ਵਿੱਚ ਤੁਸੀਂ ਦੇਖੋ ਕਾਰਬਨ ਡਾਈਆਕਸਾਈਡ ਦੇ ਵਿੱਚ ਜਿਹੜੀ 100 ml ਜਿਹੜਾ ਬਲੱਡ ਜਾ ਰਿਹਾ ਸੀ ਉਹ ਓਨਲੀ 4 ml ਕਿੰਨੀ 4 ml ਕਾਰਬਨ ਡਾਈਆਕਸਾਈਡ ਟੂ ਲੰਗਸ, क्योंकि वो वापस आ रहा सी ना लंग्स वाल फेफड़ियां वाल, तो फेफड़ियां राही उन्हें प्योर होकर फिर वापस जाना सी एयर ने ब्लड ने। सो जिन्नी वो कार्बन डाइऑक्साइड लै रहा सी 100 ml दे विच आ रही सी, सिर्फ 4 ml जिहड़ी है कार्बन डाइऑक्साइड जिहड़ी है वो ट्रांसफर करता है। और एक बहुत ही एनर्जैटिक प्रोसैस है, नॉन स्टॉप प्रोसैस है जिहड़ा चलदा रहिंदा है फ्राम बर्थ टू डैथ तक। ये प्रोसैस इदां ही चलदा रहिंदा है। दैट्स वाई सानू तुसीं जदों आपां स्टडी करते हैं तो ये देखा जाता है कि हैल्दी फूड की गल की जाती है, एक्सरसाइज की गल की जाती है, फ्रैश एयर की गल की जाती है, प्योर वाटर की गल की जाती है। सो ये भी एडवाइस है तुहानू कि प्योर खाना, प्योर हवा रखनी, प्रदूषण ना होने देना, क्योंकि तुसीं जदों इंटरनली देखोगे तो कितना वर्क करना पै रहा इस बॉडी नू। तो जे तुहाडी बाहरली एयर बाहर का पोल्यूशन ही खराब चल रहा है तो तुहाडी बॉडी जिहड़ी है फिर उन्होंने उन्ना ही डबल वर्क करना पैंदा है, जिहदे करके डे बाय डे जिहड़ा है तुहाडे हार्ट का, किडनी का, लंग्स का एक्सट्रा वर्क होंदा है, जिहदे करके उन्हां दी लाइफ घटदी है। सो ये सिंपल जी गल है कि एक गड्डी जिहड़ी बहुत समूथ सड़क पर चल रही है वो लम्मा समा चलेगी, वधिया चलेगी, और जिहड़ी गड्डी माड़े रोड पर चल रही है वो समा घट कटेगी, वो जिहड़ी है नुकसान ज़्यादा होएगा। ये भी शरीर है, इस करके आपां इत्ते जिहड़ा वर्क भी करना चाहिए। अज तुसी ये प्योर ते इम्प्योर ब्लड बारे जिहड़ा जान चुके हो चंगी तरह कि प्योर ब्लड ते इम्प्योर ब्लड किहड़ा है। सो मेरे इस चैनल में जिहड़ा ट्यूटर सिंह पुलिंदर सर है उदू जाके लाइक ते सबसक्राइब कर देना। और तुसी देखोगे कि इहदे विच मेन जिहड़ा मैं तुहानू डिफरेंस पढ़ा चुका सी, उहदे विच प्योर ते इम्प्योर ब्लड जिहड़ा है वो तुहानू हुण क्लीयर हो चुका है। उहदे विच किन्नी ऑक्सीजन है, किन्नी ऑक्सीजन ट्रांसफर हो रही है, किन्नी कार्बन डाइऑक्साइड है, किन्नी कार्बन डाइऑक्साइड ट्रांसफर हो रही है, और किहड़ा ना है और किहड़े लैवल ते जाके किहड़ी चीज़ दी शिफ्टिंग हो रही है, किहड़ी चीज़ टिशू वाल जा रही है, किहड़ी लंग्स वाल जा रही है। नैक्सट जिहड़ी आपां तुहाडे नाल वीडियो लैके आवांगे थोड़ी जी इसे चीज़ नूं होर एलैबोरेट करके होर डिटेल दे विच गल करांगे। सो दोबारा नैक्सट वीडियो ते आपां दोबारा मिलांगे। सो जरूर इस नूं ध्यान नाल देखना और समझना। थैंक यू जी।